हेलो दोस्तों, स्वागत है ਤੁਹਾਡਾ ਭਾਰਤੀ ਲੋਕਤੰਤਰ ਦੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਦੇ ਅਗਲੀ ਵੀਡੀਓ 'ਚ। ਅੱਜ ਦਾ ਸਾਡਾ ਟੌਪਿਕ ਹੈ ਜਾਤੀਵਾਦ। ਜਾਤੀਵਾਦ ਦਾ ਇਤਿਹਾਸ ਕੀ ਹੈ, ਇਸ ਨੂੰ ਜਾਣਨ ਲਈ ਸਾਨੂੰ ਇਤਿਹਾਸ ਦੇ ਵਿੱਚ ਵੈਦਿਕ ਕਾਲ ਜਾਂ ਲੇਟਰ ਵੈਦਿਕ ਕਾਲ, ਉਸ ਤੋਂ ਬਾਅਦ ਸਾਰੇ ਪੀਰੀਅਡ ਪੜ੍ਹਦੇ ਹਾਂ ਆਪਾਂ ਅਤੇ ਆਪਾਂ ਨੂੰ ਇਹਦੇ ਵਿਕਾਸ ਦੇ ਬਾਰੇ ਪਤਾ ਚੱਲਦਾ ਹੈ। ਅਸੀਂ ਦੇਖਦੇ ਹਾਂ ਕਿਸ ਪ੍ਰਕਾਰ ਜਿਹੜੀ ਕਿਰਤ ਦੀ ਵੰਡ ਕੀਤੀ ਸੀ ਮਨੂ ਨੇ, ਉਹ ਮਨੁੱਖਾਂ ਦੀ ਵੰਡ ਬਣ ਕੇ ਰਹਿ ਗਈ ਹੈ। ਜਾਤੀਵਾਦ ਅੱਜ ਸਾਡੇ ਸਮਾਜ ਦਾ ਅਭਿੰਨ ਅੰਗ ਹੈ ਅਤੇ ਇਹ ਸਾਡੀ ਲਾਈਫ ਨੂੰ ਹਰ ਪਾਸਿਓਂ ਹੀ ਪ੍ਰਭਾਵਿਤ ਕਰਦਾ ਹੈ। ਔਰ ਇਸ ਨੂੰ ਸਭ ਤੋਂ ਵੱਡੀ ਗੱਲ ਹੈ ਕਿ ਧਾਰਮਿਕ ਮਾਨਤਾ ਮਿਲੀ ਹੋਈ ਹੈ ਔਰ ਸਮਾਜ 'ਤੇ ਇਸ ਦਾ ਪਕੜ ਇੰਨਾ ਮਜ਼ਬੂਤ ਹੈ ਕਿ ਵੀ ਲਾਖ ਕੋਸ਼ਿਸ਼ ਕੀਤੀ ਜਾਵੇ, ਇੰਨੇ ਸਾਰੇ ਸਾਡੇ ਸੰਤ ਮਹਾਤਮਾ ਹੋਏ ਨੇ, ਬਾਬਾ ਫਰੀਦ, ਗੁਰੂ ਨਾਨਕ ਦੇਵ ਜੀ, ਗੁਰੂ ਰਵਿਦਾਸ ਜੀ, ਅੰਬੇਦਕਰ ਜੀ, ਫੁੱਲੇ ਜੀ, ਇਸ ਤੋਂ ਜਿਨ੍ਹਾਂ ਨੇ ਕਿ ਬੜੀ ਕੋਸ਼ਿਸ਼ ਕੀਤੀ ਕਿ ਵੀ ਇਹ ਜਾਤੀਵਾਦ ਦਾ ਜਿਹੜਾ ਤੰਤਰ ਹੈ ਇਹ ਖਤਮ ਹੋ ਜਾਵੇ, ਪਰ ਹਜੇ ਤੱਕ ਕੁਛ ਇਸ ਦਾ ਸਲਿਊਸ਼ਨ ਮਿਲਿਆ ਨਹੀਂ ਹੋਇਆ ਹੈ। ਹਜੇ ਜਾਤੀਵਾਦ ਹੋਰ ਵਿਆਪਕ ਰੂਪ 'ਚ ਅੱਗੇ ਵੱਧ ਕੇ ਆ ਰਿਹਾ ਹੈ, ਖਾਸ ਕਰਕੇ ਰਾਜਨੀਤੀ ਦੇ ਵਿੱਚ। ਅੱਜ ਕੱਲ੍ਹ ਜਾਤੀ ਦੀ ਰਾਜਨੀਤੀ ਆਮ ਹੈ। ਕਈ ਲੋਕ ਕਹਿੰਦੇ ਕਿ ਭਾਰਤੀ ਰਾਜਨੀਤੀ ਵਿੱਚ ਦਾ ਜਾਤੀਕਰਨ ਹੋ ਚੁੱਕਾ, ਕਈ ਕਹਿੰਦੇ ਜਾਤੀ ਦਾ ਰਾਜਨੀਤੀਕਰਨ ਹੋ ਗਿਆ। 4 ਮੁੱਖ ਜਾਤੀਆਂ ਤੇ ਹਨ, ਉਸ ਦੇ ਨਾਲ ਨਾਲ ਬਹੁਤ ਸਾਰੀਆਂ ਉਪ ਜਾਤੀਆਂ ਹਨ ਜਿਹਨਾਂ ਦੀ ਗਿਣਤੀ ਹਜ਼ਾਰਾਂ ਵਿੱਚ ਪਹੁੰਚ ਜਾਂਦੀ ਹੈ। ਅੰਬੇਦਕਰ ਜੀ ਕਹਿੰਦੇ ਹਨ ਕਿ ਭਾਰਤ ਵਿੱਚ ਜਾਤੀ ਪ੍ਰਣਾਲੀ ਕੇਵਲ ਕਿਰਤ ਦੀ ਵੰਡ ਹੀ ਨਹੀਂ ਹੈ, ਸਗੋਂ ਇਹ ਕਿਰਤੀਆਂ ਦੀ ਵੰਡ ਵੀ ਹੈ। ਚਲੋ ਸ਼ੁਰੂ ਕਰਦੇ ਫਿਰ ਇਸ ਟੌਪਿਕ ਨੂੰ। ਜਾਤੀਵਾਦ ਭਾਰਤੀ ਸਮਾਜ ਦਾ ਮਹੱਤਵਪੂਰਨ ਅੰਗ ਰਹੀ ਹੈ। ਜਾਤੀਵਾਦ ਨੇ ਭਾਰਤੀ ਜੀਵਨ ਨੂੰ ਹਰ ਖੇਤਰ ਵਿੱਚ ਵਿਆਪਕ ਰੂਪ ਵਿੱਚ ਪ੍ਰਭਾਵਿਤ ਕੀਤਾ ਹੈ। ਭਾਰਤ ਵਿੱਚ ਜਾਤੀ ਨੂੰ ਧਾਰਮਿਕ ਮਾਨਤਾ ਪ੍ਰਾਪਤ ਹੈ। ਜਾਤੀਵਾਦ ਸਮਾਜਿਕ, ਰਾਜਨੀਤਿਕ, ਆਰਥਿਕ, ਵਿਦਿਅਕ, ਨਿਆਇਕ, ਪ੍ਰਸ਼ਾਸਨਿਕ, ਵਿਧਾਨਕ, ਧਾਰਮਿਕ ਆਦਿ ਖੇਤਰ ਵਿੱਚ ਮੌਜੂਦ ਹੈ ਅਤੇ ਇਸ ਪ੍ਰਕਾਰ ਅਸੀਂ ਕਹਿ ਸਕਦੇ ਹਾਂ ਕਿ ਜਾਤੀਵਾਦ ਭਾਰਤੀ ਸਮਾਜ ਦੇ ਮੱਥੇ 'ਤੇ ਇੱਕ ਕਲੰਕ ਹੈ। ਕਿਸ ਤਰੀਕੇ ਨਾਲ 2-3 ਪਿਕਚਰਸ ਹੈਗੇ ਇੱਥੇ, ਅਲੱਗ-ਅਲੱਗ ਪਿਕਚਰਸ ਜੋ ਰਿਪਰੈਜ਼ੈਂਟ ਕਰਦਾ ਜਾਤੀਵਾਦ ਨੂੰ। ਜਿਸ ਤਰ੍ਹਾਂ ਇੱਥੇ ਬ੍ਰਾਹਮਣ ਵਰਣ ਲਿਖਿਆ ਹੈ, ਆਈਡੀਅਲ ਲਿਵਿੰਗ ਕੰਡੀਸ਼ਨਸ ਇਹਨਾਂ ਲਈ ਹੈ, ਨੈਗੇਟਿਵ ਐਟੀਟਿਊਡ ਵੀ ਫੋਲ ਕਰਦੇ ਨੇ। ਉਸ ਤੋਂ ਬਾਅਦ ਛਤਰੀਏ ਹੈ, ਨੋਰਮਲ ਲਿਵਿੰਗ ਕੰਡੀਸ਼ਨਸ ਹੈ, ਪੋਜ਼ੀਟਿਵ ਐਟੀਟਿਊਡ ਹੈ। ਵੈਸ਼ਯ ਵਰਨ ਹੈ, ਟੋਲਰੇਬਲ ਲਿਵਿੰਗ ਕੰਡੀਸ਼ਨਸ ਹੈ। ਸ਼ੂਦਰਾ chaotic living conditions है। chaotic living condition means इस तरह अस्त व्यस्त वाली ज़िंदगी जींदे ने। अगर इस कार्टून की गल करते हैं तो किस तरह जी है मजाकिया अंदाज में इनू प्रजेंट किया गया। अगे इस पिक्चर में भी देख के पता लगता कि जातिवाद तो किस तरह के ਜਿਹੜੇ ਵਿਅੰਗ ਕੱਸੇ ਜਾਂਦੇ ਸਾਡੇ ਸਮਾਜ ਦੇ ਵਿੱਚ। ਅਤੇ ਇਹ ਜਾਤੀਵਾਦ। ਉਸ ਤੋਂ ਬਾਅਦ ਆ ਜਾਂਦੇ ਆਪਾਂ ਅੰਬੇਦਕਰ ਜੀ ਕੀ ਕਹਿੰਦੇ ਨੇ, ਔਰ ਉਸ ਤੋਂ ਬਾਅਦ ਐਂਡਰਸਨ ਐਂਡ ਪਾਰਕਰ ਅਨੁਸਾਰ ਜਾਤੀ ਸਮਾਜਿਕ ਵਰਗ ਸੰਗਠਨ ਦਾ ਉਹ ਕਠੋਰ ਰੂਪ ਹੈ ਜਿੱਥੇ ਰੁਤਬਿਆਂ ਦੀ ਤਰਤੀਬ ਵਿੱਚ ਵਿਅਕਤੀਆਂ ਦੀ ਸਥਿਤੀ ਵੰਸ਼ ਅਤੇ ਜਨਮ ਦੁਆਰਾ ਨਿਸ਼ਚਿਤ ਕੀਤੀ ਜਾਂਦੀ ਹੈ। ਰੁਤਬਿਆਂ ਦੀ ਤਰਤੀਬ ਵਿੱਚ ਯਾਨੀ ਕਿ ਪੋਜੀਸ਼ਨ ਦੇ ਵਿੱਚ, ਪੋਜੀਸ਼ਨ ਕੋਈ ਬੰਦਾ ਕਿਸ ਹਿਸਾਬ ਨਾਲ ਹਾਸਿਲ ਕਰੇਗਾ ਉਹ ਉਹਦੀ ਜਾਤੀ ਤੈਅ ਕਰਦੀ ਹੈ। ਆਮ ਦੇਖਣ ਨੂੰ ਆਇਆ ਹੈ ਪਿੰਡਾਂ 'ਚ ਅਤੇ ਖਾਸ ਕਰ ਸ਼ਹਿਰਾਂ ਦੇ ਵਿੱਚ ਵੀ ਕਿ ਵੀ ਅਗਰ ਅਪਰ ਕਾਸਟ ਦੇ ਹੈ ਤਾਂ ਉਹਨਾਂ ਨੂੰ ਜ਼ਿਆਦਾ ਰਿਸਪੈਕਟ ਮਿਲਦੀ ਹੈ ਹਰ ਇੱਕ ਫੀਲਡ ਦੇ ਵਿੱਚ ਹੀ ਇਨ ਕੰਪੈਰੀਜ਼ਨ ਟੂ ਲੋਅਰ ਕਾਸਟ ਪੀਪਲ। ਅੱਗੇ ਫਰਦਰ ਵੱਧਦੇ ਹਾਂ। ਜਾਤੀਵਾਦ ਦਾ ਭਾਰਤੀ ਲੋਕਤੰਤਰ 'ਤੇ ਪ੍ਰਭਾਵ ਕੀ ਹੈ। ਅਗਰ ਗੱਲ ਕਰਦੇ ਹਾਂ ਜਾਤੀਵਾਦ ਦੇ ਪ੍ਰਭਾਵ ਦੇ, ਤੇ ਮੋਰਿਸ ਜੋਨਸ ਦੇ ਅਨੁਸਾਰ ਮਹੱਤਵਪੂਰਨ ਖੋਜ ਇਹ ਹੈ ਕਿ ਜਾਤੀ ਲਈ ਰਾਜਨੀਤੀ ਅਤੇ ਰਾਜਨੀਤੀ ਲਈ ਜਾਤੀ ਅੱਜ ਪਹਿਲਾਂ ਨਾਲੋਂ ਕਿਤੇ
ज़्यादा महत्वपूर्ण हो गया है। और ਆਪਾਂ ਦੇਖਦੇ ਕਿਹੜੇ ਪ੍ਰਭਾਵ ਪੈਂਦੇ ਜਾਤੀਵਾਦ ਦੇ ਸਾਡੇ ਰਾਜਨੀਤੀ 'ਤੇ, ਜਾਤੀ ਦੇ ਆਧਾਰ 'ਤੇ ਰਾਜਨੀਤਿਕ ਦਲ। ਬੜੀ ਦੁੱਖ ਦੀ ਗੱਲ ਹੈ ਕਿ ਵੀ ਜਾਤੀਅਤ ਆਧਾਰ 'ਤੇ ਰਾਜਨੀਤਿਕ ਦਲ ਬਣੇ ਹੋਏ ਹਨ। ਜਿਸ ਤਰ੍ਹਾਂ ਕਿ ਅਗਰ ਸਾਊਥ ਇੰਡੀਆ ਦੀ ਗੱਲ ਕਰਦੇ ਤਾਂ DMK, ਅੰਨਾ DMK, ਜਾਂ ਫਿਰ ਨਾਰਥ ਇੰਡੀਆ ਦੀ ਗੱਲ ਕਰਦੇ ਹਾਂ ਤਾਂ ਬਹੁਜਨ ਸਮਾਜ ਪਾਰਟੀ। ਕਈ ਲੋਕ ਤਾਂ BJP ਨੂੰ ਵੀ ਅਪਰ ਕਾਸਟ ਹਿੰਦੂ ਦੀ ਪਾਰਟੀ ਮੰਨਦੇ ਆ। ਅਤੇ ਇਸ ਪ੍ਰਕਾਰ ਇਹ ਸਾਰੇ ਜਿਹੜੇ ਰਾਜਨੀਤਿਕ ਦਲ ਜਾਤੀਆਂ 'ਤੇ ਆਧਾਰਿਤ ਹਨ, ਉਹ ਆਪਣੇ ਆਪਣੇ ਵਰਗ ਲਈ ਹੀ ਕੰਮ ਕਰਦੇ, ਪੂਰੇ ਰਾਸ਼ਟਰ ਲਈ ਕੰਮ ਨਹੀਂ ਕਰਦੇ ਹਨ, ਜਿਸ ਦਾ ਕਿ ਬਹੁਤ ਮਾੜਾ ਅਸਰ ਪੈਂਦਾ ਹੈ। ਔਰ ਸਾਡੇ ਜੈ ਪ੍ਰਕਾਸ਼ ਨਾਰਾਇਣ ਜੀ ਕਹਿੰਦੇ ਹਨ ਕਿ ਵੀ ਇਨਫੈਕਟ ਅੱਜ ਜਾਤੀ ਹੀ ਸਭ ਤੋਂ ਵੱਡਾ ਰਾਜਨੀਤਿਕ ਦਲ ਬਣ ਚੁੱਕਾ ਹੈ। ਉਸ ਤੋਂ ਇਲਾਵਾ ਹੈ ਅਗਲਾ ਪੁਆਇੰਟ ਹੈ ਕਿ ਜਾਤੀ ਦੇ ਆਧਾਰ 'ਤੇ ਉਮੀਦਵਾਰਾਂ ਦੀ ਚੋਣ ਅਤੇ ਨਾਮਜ਼ਦਗੀ। ਹੁਣ ਇਲੈਕਸ਼ਨਸ ਲਈ ਉਮੀਦਵਾਰ ਚੁਣੇ ਜਾਂਦੇ ਹਨ ਔਰ ਜਿਹੜਾ ਵੀ ਖੇਤਰ ਡਿਸਾਈਡ ਹੁੰਦਾ ਕਿ ਕਿਸ ਖੇਤਰ ਦਾ, ਕਿਸ ਵਾਰਡ ਦਾ ਕਿਹੜਾ ਕੈਂਡੀਡੇਟ ਚੁਣਨਾ ਹੈ ਅਤੇ ਕਿਹੜੇ ਹਲਕੇ ਦਾ ਕਿਹੜਾ ਕੈਂਡੀਡੇਟ ਚੁਣਨਾ ਹੈ, ਉਸ ਦੇ ਵਿੱਚ ਹੁੰਦਾ ਕੀ ਹੈ ਕਿ ਉਸ ਏਰੀਆ ਦੇ ਵੋਟਰਾਂ ਬਾਰੇ ਜਾਣਕਾਰੀ ਇਕੱਤਰ ਕੀਤੀ ਜਾਂਦੀ ਹੈ ਕਿ ਕਿਸ ਜਾਤੀ ਦੇ, ਕਿਸ ਧਰਮ ਦੇ ਲੋਕ ਉਸ ਏਰੀਆ 'ਚ ਸਭ ਤੋਂ ਜ਼ਿਆਦਾ ਰਹਿੰਦੇ ਨੇ, ਔਰ ਉਸ ਜਾਤੀ ਦੇ ਹਿਸਾਬ ਨਾਲ ਹੀ ਵੋਟਾਂ ਆਪਣੇ ਜਿਹੜੇ ਹੈ ਉਮੀਦਵਾਰ ਜਿਹੜੇ ਹੈ ਹਰ ਪਾਰਟੀ ਚੁਣਦੀ ਹੈ। ਆਪਾਂ ਨੂੰ ਦੇਖਣ ਨੂੰ ਆਇਆ ਹੈ ਆਮ ਤੌਰ 'ਤੇ। ਅਗਲਾ ਹੈ ਜਾਤੀ ਦੇ ਆਧਾਰ 'ਤੇ ਮਤਦਾਨ ਵਿਹਾਰ। ਦੁੱਖ ਦੀ ਗੱਲ ਹੈ ਕਿ ਵੀ ਵੋਟ ਪਾਉਂਦੇ ਲੋਕ ਜਦੋਂ ਜਾਂਦੇ ਆ ਵੋਟ ਪਾਉਣ ਲਈ, ਅਤੇ ਉਹ ਉਸ ਵੇਲੇ ਇਹ ਨਹੀਂ ਦੇਖਦੇ ਕਿ ਕਿਹੜਾ ਕੈਂਡੀਡੇਟ ਵਧੀਆ, ਉਹਦਾ ਕਰੈਕਟਰ ਕੀ ਹੈ, ਉਹਦਾ ਬੈਕਗਰਾਊਂਡ ਕੀ ਹੈ, ਉਹ ਕਿਵੇਂ ਕੰਮ ਕਰੇਗਾ। ਬਸ ਇਹ ਦੇਖਦੇ ਕਿ ਉਹ ਕਿਸ ਜਾਤੀ ਦਾ ਹੈ। ਮੈਨੂੰ ਆਪ ਪਰਸਨਲ ਐਕਸਪੀਰੀਅੰਸ ਹੈ ਇਸ ਕੰਟੈਕਸਟ ਕਿ ਵੀ ਜਲੰਧਰ ਦੇ ਕੁਛ ਹਲਕਿਆਂ 'ਚ ਮੈਂ ਜਦੋਂ ਦੇਖਿਆ ਕਿ ਲੋਕ ਇਲੈਕਸ਼ਨ ਦੇ ਰਾਤ ਤੋਂ ਇੱਕ ਦਿਨ ਪਹਿਲਾਂ ਮੰਦਰਾਂ 'ਚ, ਗੁਰਦੁਆਰਿਆਂ 'ਚ ਸਭਾ ਕਰਦੇ ਨੇ ਅਤੇ ਵੀ ਜਾਤੀ ਦੇ ਨਾਂ 'ਤੇ ਸਹੁੰ ਖਵਾਉਂਦੇ ਕਿ ਵੀ ਇਹ ਸਾਡਾ ਕੈਂਡੀਡੇਟ ਅਤੇ ਇਸ ਨੂੰ ਹੀ ਵੋਟ ਪਾਉਣੀ ਆ। ਅਤੇ ਬੜੀ ਦੁੱਖ ਦੀ ਗੱਲ ਹੈ ਸਾਡੇ ਲੋਕਤੰਤਰ ਲਈ। ਅੱਗੇ ਜਾਤੀ ਦੇ ਆਧਾਰ 'ਤੇ ਮੰਤਰੀ ਪਰਿਸ਼ਦ ਦਾ ਗਠਨ। ਮੰਤਰੀ ਪਰਿਸ਼ਦ ਦਾ ਜਦੋਂ ਗਠਨ ਹੁੰਦਾ ਹੈ, ਖਾਸ ਧਿਆਨ ਰੱਖਿਆ ਜਾਂਦਾ ਕਿ ਵੀ ਜਾਤੀ ਕਿਹੜੀ ਜਾਤੀ ਨੂੰ ਕਿਹੜੀ ਪੋਸਟਾਂ ਮਿਲਣੀਆਂ ਅਤੇ ਕਿਸ ਤਰ੍ਹਾਂ ਰਿਪਰਜੈਂਟੇਸ਼ਨ ਦੇਣੀ ਹੈ, ਕਾਬਿਲ ਬੰਦਾ ਕਿਹੜਾ ਹੈ ਨਹੀਂ ਹੈ, ਇਹ ਇਸ ਚੀਜ਼ ਨੂੰ ਨਹੀਂ ਦੇਖਿਆ ਜਾਂਦਾ ਹੈ। ਉਸ ਤੋਂ ਬਾਅਦ ਜਾਤੀ ਦੇ ਆਧਾਰ 'ਤੇ ਰਾਜਨੀਤੀ ਵਿੱਚ ਸੰਘਰਸ਼। ਅਲੱਗ-ਅਲੱਗ ਜਾਤੀਆਂ ਸੰਘਰਸ਼ ਕਰਦੀਆਂ ਰਹਿੰਦੀਆਂ ਰਾਜਨੀਤੀ ਦੇ ਵਿੱਚ ਆਪਣੇ ਵੋਟ ਸ਼ੇਅਰ ਵਧਾਉਣ ਲਈ, ਇਲੈਕਸ਼ਨ ਜਿੱਤਣ ਲਈ। ਅਤੇ ਇਹ ਦੇਖਦੇ ਹਾਂ ਆਪਾਂ ਕਿਸ ਤਰੀਕੇ ਨਾਲ ਜਾਤੀਵਾਦ ਦੀਆਂ ਕੁਝ ਫੋਟੋਆਂ ਹੈਗੀਆਂ ਜਿਹੜੀਆਂ ਕਿ ਵੀ ਰਿਪਰੈਜ਼ੈਂਟ ਕਰਦੀਆਂ। ਇਸ ਤੋਂ ਬਾਅਦ ਨੈਗੇਟਿਵ ਇਫੈਕਟਸ ਆਫ ਕਾਸਟ ਔਨ ਮਾਡਰਨ ਇੰਡੀਆ। ਕੀ ਨੈਗੇਟਿਵ ਇਫੈਕਟ ਹੁੰਦਾ ਹੈ, ਬੇਸਿਕਲੀ ਆਪਾਂ ਦੇਖ ਸਕਦੇ ਇਕਨੋਮਿਕ, ਪੋਲੀਟੀਕਲ ਐਂਡ ਰਿਲੀਫ ਏਡ, ਸੋਸ਼ਲ ਐਂਡ ਮੈਰਿਜ ਰਿਲੇਸ਼ਨ 'ਤੇ ਔਰ ਐਜੂਕੇਸ਼ਨ 'ਤੇ, ਇਹਨਾਂ ਸਾਰੀ ਚੀਜ਼ਾਂ 'ਤੇ ਜਾਤੀ ਦਾ ਬੜਾ ਗਹਿਰਾ ਪ੍ਰਭਾਵ ਪੈਂਦਾ ਸਾਡੇ ਦੇਸ਼ 'ਚ। ਉਸ ਤੋਂ ਬਾਅਦ ਕਾਸਟ ਸਿਸਟਮ ਦੀ ਇਹ ਫੋਟੋ ਦੇਖੋ ਕਿਸ ਤਰੀਕੇ ਨਾਲ ਦੋ ਤਰ੍ਹਾਂ ਦੀਆਂ ਪਿਕਚਰਸ ਹੈ। ਇੱਕ ਪਿਕਚਰ 'ਚ ਕਾਫੀ ਗਰੀਬ ਮਤਲਬ ਹੱਡੀ ਪਿੰਜਰ ਨਜ਼ਰ ਆ ਰਿਹਾ ਬੱਚਿਆਂ ਦਾ, ਦੂਸਰੇ ਪਿਕਚਰ 'ਚ ਬੜੇ ਸੋਹਣੇ ਕੱਪੜੇ ਪਾਏ ਹੋਏ, ਅਤੇ ਵੀ ਇਸ ਤਰ੍ਹਾਂ ਦੀ ਰਿਪਰਜੈਂਟੇਸ਼ਨ ਹੈ। ਔਰ ਇਸ ਨੂੰ ਨਿਗੇਟ ਨਹੀਂ ਕੀਤਾ ਜਾ ਸਕਦਾ ਹੈ ਕਿ ਲੋਅਰ ਕਾਸਟ ਦੀ ਸਥਿਤੀ ਕੀ ਹੈ ਸਾਡੇ ਦੇਸ਼ ਦੇ ਵਿੱਚ। ਭਾਵੇਂ ਇੰਪਰੂਵਮੈਂਟ ਬੜੀ ਹੋਈ ਹੈ ਆਜ਼ਾਦੀ ਤੋਂ ਬਾਅਦ ਤੋਂ, ਜਾਂ ਉਸ ਤੋਂ ਪਹਿਲਾਂ ਤੋਂ ਕੋਸ਼ਿਸ਼ ਬੜੀ ਕੀਤੀ ਗਈ ਸੀ ਈਵਨ ਅੰਗਰੇਜ਼ਾਂ ਦੁਆਰਾ ਵੀ ਕਿ ਵੀ ਸਭ ਨੂੰ ਇਕੁਐਲਿਟੀ ਦਿੱਤੀ ਜਾਵੇ, ਪਰ ਹਜੇ ਵੀ ਸਿਚੁਏਸ਼ਨ ਦਇਨੀय ਹੀ ਹੈ। ਅੱਗੇ ਚੱਲੇ ਜਾਤੀ ਦੇ ਆਧਾਰ 'ਤੇ ਰਾਖਵਾਂਕਰਨ। ਜਾਤੀ ਦੇ ਆਧਾਰ 'ਤੇ ਰਾਖਵਾਂਕਰਨ ਜਿਹੜਾ ਇੱਕ ਮਿਲਿਆ ਹੈ, ਇਹ ਵੀ ਸਮਾਜ ਦੇ ਵਿੱਚ ਟੈਂਸ਼ਨ ਦਾ, ਲੋਕਤੰਤਰ ਦੇ ਵਿੱਚ ਬੜਾ ਇੱਕ ਅਹਿਮ ਰੋਲ ਪਲੇ ਕਰਦਾ ਹੈ। ਜਾਤੀ ਦੇ ਆਧਾਰ 'ਤੇ ਅਗਰ ਰਾਖਵਾਂਕਰਨ ਦੀ ਗੱਲ ਕਰਦੇ ਤਾਂ ਇਹਦਾ ਵਿਰੋਧ ਵੀ ਬੜਾ ਹੋਇਆ ਹੈ। ਸਾਨੂੰ ਪਤਾ ਹੈ ਕਿਸ ਤਰੀਕੇ ਨਾਲ ਗੁਜਰਾਤ ਦੇ ਮੈਡੀਕਲ ਕਾਲਜ 'ਚ 1981 ਦੇ ਵਿੱਚ ਵਿਦਿਆਰਥੀਆਂ ਨੇ ਜਾਤੀ ਦੇ ਆਧਾਰ 'ਤੇ ਰਾਖਵਾਂਕਰਨ ਦਾ ਵਿਰੋਧ ਕੀਤਾ ਸੀ। ਉਸ ਤੋਂ ਬਾਅਦ ਕਿਸ ਤਰੀਕੇ ਨਾਲ ਮੰਡਲ ਕਮਿਸ਼ਨ ਜਿਸ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਦੇ 1990, 91, 94 'ਚ ਉਸ ਦੇ ਵਿਰੁੱਧ ਜਿਹੜੀਆਂ ਸੰਘਰਸ਼ ਹੋਈਆਂ, ਆਮ ਸੰਘਰਸ਼ ਹੋਈਆਂ, ਅਤੇ ਜਿਸ ਦਾ ਖਾਮਿਆਜ਼ਾ ਪੂਰੇ ਨੇਸ਼ਨ ਨੂੰ, ਪੂਰੇ ਦੇਸ਼ ਨੂੰ ਭੁਗਤਣਾ ਪਿਆ ਔਰ ਸਾਨੂੰ ਬਹੁਤ ਇਕਨੋਮਿਕ ਨੁਕਸਾਨ ਵੀ ਹੋਇਆ। ਅਗਲਾ ਪੁਆਇੰਟ ਹੈ ਜਾਤੀ ਦੇ ਆਧਾਰ 'ਤੇ ਪੰਚਾਇਤਾਂ ਦਾ ਗਠਨ।
ਅਗਰ ਪੰਚਾਇਤ ਦੀ ਗੱਲ ਕਰਦੇ ਹਾਂ ਤਾਂ ਖਾਸ ਕਰਕੇ ਨਿਊਜ਼ ਦੇ ਵਿੱਚ ਹਰਿਆਣਾ ਦਾ ਖਾਪ ਪੰਚਾਇਤ ਬਣਾ ਰਿਹਾ, ਉਹ ਜਾਤੀ ਦੇ ਆਧਾਰ 'ਤੇ ਬਹੁਤ ਸਾਰੇ ਫੈਸਲੇ ਕਰਦੇ ਹੈ ਅਤੇ ਆਪਣੇ ਆਪ ਨੂੰ ਕਾਨੂੰਨ ਤੋਂ ਵੀ ਉੱਚਾ ਸਮਝਦੇ। ਇਹ ਸਿਰਫ ਇੱਥੇ ਹੀ ਨਹੀਂ ਹੈ, ਰਾਜਸਥਾਨ ਜਾਂ ਹਿੰਦੀ ਸਪੀਕਿੰਗ ਬੈਲਟ 'ਚ ਜ਼ਿਆਦਾਤਰ ਜਾਤੀ ਦੇ ਆਧਾਰ 'ਤੇ ਪੰਚਾਇਤਾਂ ਦਾ ਗਠਨ ਹੁੰਦਾ ਹੈ, ਜਿਸ ਦਾ ਕਿ ਮਾੜਾ ਅਸਰ ਸਾਡੇ ਲੋਕਤੰਤਰ 'ਤੇ ਪੈਂਦਾ ਹੈ। ਜਾਤੀ ਦੇ ਆਧਾਰ 'ਤੇ ਸਮਾਜਿਕ ਤਣਾਅ, ਅਗਰ ਸਮਾਜਿਕ ਤਣਾਅ ਦੀ ਗੱਲ ਕਰਦੇ ਹਾਂ ਤਾਂ ਜਾਤੀ ਦੇ ਆਧਾਰ 'ਤੇ ਅਸੀਂ ਫਿਰ ਮੈਂ ਹਿੰਦੀ ਸਪੀਕਿੰਗ ਬੈਲਟ ਕਰਾਂਗਾ, ਖਾਸ ਕਰਕੇ ਯੂਪੀ, ਬਿਹਾਰ, ਮੱਧ ਪ੍ਰਦੇਸ਼ ਵਗੈਰਾ 'ਚ ਜਾਤੀ ਦੇ ਆਧਾਰ 'ਤੇ ਲੋਕਾਂ ਨੇ ਆਪਣੀਆਂ ਨਿੱਜੀਆਂ ਸੈਨਾਵਾਂ ਬਣਾਈਆਂ ਹੋਈਆਂ ਹਨ, ਨਿੱਜੀ ਸੈਨਾ, ਅਤੇ ਉਹ ਸੈਨਾ ਆਪਸ ਦੇ ਵਿੱਚ ਲੜਦੀਆਂ ਰਹਿੰਦੀਆਂ ਹਨ ਔਰ ਜਿਸ ਕਰਕੇ ਬੜਾ ਤਣਾਅ ਬਣਿਆ ਰਹਿੰਦਾ ਹੈ। ਜਾਤੀ ਦੇ ਆਧਾਰ 'ਤੇ ਰਾਜਨੀਤਿਕ ਤਣਾਅ, ਸਮਾਜਿਕ ਤਣਾਅ ਹੋ ਗਿਆ, ਰਾਜਨੀਤਿਕ ਤਣਾਅ ਵੀ ਹੁੰਦਾ ਹੈ। ਇਲੈਕਸ਼ਨ ਦੇ ਵੇਲੇ ਹਰ ਇੱਕ ਜਾਤੀ ਦੇ ਲੋਕ ਆਪਣਾ ਕੈਂਡੀਡੇਟ ਫੀਲਡ ਕਰਦੇ ਨੇ ਔਰ ਉਸ ਤੋਂ ਬਾਅਦ ਆਪਸ ਦੇ ਵਿੱਚ ਸੰਘਰਸ਼ਰਤ ਰਹਿੰਦੇ ਨੇ ਇਲੈਕਸ਼ਨ ਜਿੱਤਣ ਲਈ। ਜਾਤੀ ਦੇ ਆਧਾਰ 'ਤੇ ਸੱਤਾ ਪ੍ਰਾਪਤੀ ਲਈ ਸੰਘਰਸ਼ ਇਹ ਨਿਰੰਤਰ ਚੱਲਦਾ ਰਹਿੰਦਾ ਹੈ ਔਰ ਇਸ ਦਾ ਮਾੜਾ ਅਸਰ ਸਾਨੂੰ ਵੇਖਣ ਨੂੰ ਮਿਲਦਾ। ਜਾਤੀ ਦੇ ਆਧਾਰ 'ਤੇ ਦਬਾਅ ਸਮੂਹ ਦਾ ਗਠਨ, ਦਬਾਅ ਸਮੂਹ, ਹਰ ਇੱਕ ਜਾਤੀ ਦਬਾਅ ਸਮੂਹ ਬਣਾਉਂਦੀ ਹੈ ਜੋ ਕਿ ਆਪਣੇ ਉਹਨਾਂ ਦੇ ਲਈ ਕੰਮ ਕਰਦੀ ਹੈ, ਉਹਨਾਂ ਦੇ ਫਾਇਦੇ ਲਈ ਕੰਮ ਕਰਦੀ ਹੈ। SC, ਗੈਰ SC ਦਬਾਅ ਸਮੂਹ ਹੈਗੇ। ਅਗਰ ਗੱਲ ਕਰੀਏ ਗੈਰ ਅਨੁਸੂਚਿਤ ਜਾਤੀ ਦਬਾਅ ਸਮੂਹਾਂ ਦੀ, ਅਤੇ ਉਸ ਦੇ ਵਿੱਚ ਜਨਜਾਤੀ ਸੰਘ, ਜਾਟ ਸਭਾ, ਰਾਮਗੜੀਆ ਸਭਾ, ਅਖਿਲ ਭਾਰਤੀ ਵਾਲਮੀਕੀ ਸਮਾਜ, ਅਜਗਰ ਸਮਾਜ, ਅਹੀਰ ਸਮਾਜ, ਗੁੱਜਰ ਸਮਾਜ, ਯਾਦਰ ਸਮਾਜ, ਰਾਏ ਸਮਾਜ, ਇਸ ਤਰ੍ਹਾਂ ਦੀ ਬਹੁਤ ਸਾਰੀਆਂ ਜਾਤੀਆਂ ਹੈ। ਇਸ ਤੋਂ ਇਲਾਵਾ ਆਪਾਂ ਨੂੰ ਦੇਖਣ ਨੂੰ ਮਿਲ ਜਾਂਦਾ ਹੈ ਕਿ ਬਹੁਤ ਸਾਰੇ ਸੈਨ ਸਮਾਜ, ਅਗਰਸੈਨ ਸਮਾਜ, ਇਸ ਤਰ੍ਹਾਂ ਦੀਆਂ ਦਬਾਅ ਸਮੂਹ ਜੋ ਕਿ ਆਪਣੇ ਆਪਣੇ ਜਾਤੀਆਂ ਲਈ ਕੰਮ ਕਰਦੀਆਂ। ਅੱਗੇ ਜਾਤੀ ਦੇ ਆਧਾਰ 'ਤੇ ਸੀਟਾਂ ਦੇ ਰਾਖਵਾਂਕਰਨ ਦੀ ਵਿਰੋਧ ਆਪਾਂ ਨੂੰ ਦੇਖਣ ਨੂੰ ਮਿਲਿਆ ਬਹੁਤ ਵਾਰੀ, ਅਤੇ ਹੁਣ ਤੱਕ ਵਿਰੋਧ ਹੁੰਦੀ ਰਹੀ ਹੈ। ਪਰ ਸੀਟਾਂ ਦੇ ਰਾਖਵਾਂਕਰਨ ਦੇ ਬਾਵਜੂਦ ਵੀ ਅਗਰ ਗੱਲ ਕਰੀਏ ਤਾਂ ਲੋਅਰ ਕਾਸਟ ਜਾਤੀ ਦੀ ਜਿਹੜੀ ਹੈ ਸਥਿਤੀ ਹਜੇ ਵੀ ਦਇਨੀय ਹੈ, ਉੱਪਰ ਲੈਵਲ ਤੱਕ ਹਜੇ ਤੱਕ ਨਹੀਂ ਆ ਸਕੇ। ਸਮਾਜ ਦੇ ਵਿੱਚ ਜਿਹੜੀ ਸਮਤਾ ਚਾਹੀਦੀ ਸੀ ਉਹ ਹਜੇ ਤੱਕ ਕਾਇਮ ਨਹੀਂ ਹੋ ਸਕੀ ਹੈ। ਸਿੱਟੇ 'ਚ ਅਸੀਂ ਕਹਿ ਸਕਦੇ ਹਾਂ ਕਿ ਭਾਰਤ ਵਿੱਚ ਜਾਤੀ ਅਤੇ ਰਾਜਨੀਤੀ ਦਾ ਚੋਲੀ ਦਾਮਨ ਵਾਲਾ ਸਾਥ ਹੈ। ਦੋਨੋਂ ਇੱਕ ਦੂਜੇ ਨੂੰ ਵਿਆਪਕ ਰੂਪ ਵਿੱਚ ਪ੍ਰਭਾਵਿਤ ਕਰਦੇ ਹਨ। ਅਸਲ ਵਿੱਚ ਭਾਰਤ ਦੀ ਰਾਜਨੀਤੀ ਜਾਤੀ ਦੀ ਰਾਜਨੀਤੀ ਬਣ ਕੇ ਰਹਿ ਗਈ ਹੈ, ਅਤੇ ਇਸ ਤੋਂ ਅਸੀਂ ਉਦੋਂ ਹੀ ਨਿਕਲ ਸਕਾਂਗੇ ਜੇ ਅਸੀਂ ਪ੍ਰੋਪਰ ਵੇ 'ਚ ਐਜੂਕੇਟ ਕਰੀਏ, ਜਾਤੀ ਦੇ ਆਧਾਰ 'ਤੇ ਕੋਈ ਭੇਦਭਾਵ ਨਾ ਹੋਵੇ ਔਰ ਧਾਰਮਿਕ ਮਾਮਲੇ, ਜਾਤੀ ਮਾਮਲੇ ਪੋਲੀਟੀਕਲ ਐਰੇਨਾ ਦੇ ਵਿੱਚ ਜ਼ਿਆਦਾ ਨਾ ਆਉਣ। ਅੱਗੇ ਚੱਲਦੇ हैं कि ਇਹਦੇ ਲਈ जाति व्यवस्था के विनाश करने के क्या रास्ते हैं। ਅੰਬੇਦਕਰ ਸਾਹਿਬ ਦੇ ਆਪਣੇ ਵਿਚਾਰ ਹੈ, ਜਾਤੀ ਕਾ ਵਿਨਾਸ਼ ਉਹਨਾਂ ਦੀ ਪੁਸਤਕ ਹੈ, ਉਹਨਾਂ 'ਤੇ ਕਾਫੀ ਚਰਚਾ ਵੀ ਹੋਈ ਹੈ ਮੀਡੀਆ 'ਚ, ਅਤੇ ਇਹਨਾਂ ਨੂੰ ਪੜ੍ਹ ਕੇ ਆਪਾਂ ਕਹਿ ਸਕਦੇ ਹਾਂ ਕਿ ਕਿਸ ਤਰੀਕੇ ਨਾਲ ਜਾਤੀ ਵਿਵਸਥਾ ਸਾਡੇ ਦੇਸ਼ ਦੇ ਵਿੱਚ ਖਤਮ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਇੰਟਰਕਾਸਟ ਮੈਰਿਜਿਸ ਹੋਣ, ਜਿਸ ਦੇ ਨਾਲ ਕੀ ਹੋਏਗਾ ਕਿ ਵੀ ਲੋਕਾਂ ਦੇ ਵਿੱਚ ਰੋਟੀ ਬੇਟੀ ਦਾ ਸੰਬੰਧ ਬਣੇਗਾ ਅਤੇ ਲੋਕ ਆਪਸ ਦੇ ਵਿੱਚ ਮਿਲ ਵਰਤਨ ਕਰਨਗੇ ਅਤੇ ਕਾਸਟ ਸਿਸਟਮ ਢਿੱਲਾ ਪੈਣਾ ਸ਼ੁਰੂ ਹੋ ਜਾਏਗਾ। ਭਾਵੇਂ ਇਹ ਚੀਜ਼ਾਂ ਹੋ ਰਹੀਆਂ ਹਜੇ ਵੀ, ਬਟ ਇਸ ਦਾ ਪ੍ਰਭਾਵ ਹਜੇ ਤੱਕ ਜ਼ਿਆਦਾ ਕੁਝ ਹੋਇਆ ਨਹੀਂ ਹੈ। ਅਗਰ ਕੋਈ ਖਾਸ ਕਰਕੇ ਕਾਸਟ ਮੈਰਿਜਿਸ, ਲਵ ਮੈਰਿਜਿਸ ਹੁੰਦੀਆਂ ਅਤੇ ਇਹਦੇ ਵਿੱਚ ਬਹੁਤ ਸਾਰੇ ਖੂਨ ਖਰਾਬੇ, ਮਰਡਰ ਆਦਿ ਵੀ ਦੇਖਣ ਨੂੰ ਮਿਲੇ ਹਨ। ਹੁਣ ਲਾਸਟ ਦੇ ਵਿੱਚ ਇਹ ਪਿਕਚਰ ਹੈ, ਅਤੇ ਦੇਖੋ ਫੋਟੋ ਅਗਰ ਦੇਖੀਏ, ਸਿਰਫ ਇਹਨਾਂ ਦਾ ਨਾਂ ਨਾ ਲਿਖਿਆ ਹੋਵੇ ਇਹਨਾਂ 'ਤੇ, ਮਤਲਬ ਕਿਸ ਬੈਕਗਰਾਊਂਡ ਤੋਂ ਬਿਲੋਂਗ ਕਰਦੇ, ਅਤੇ ਕੋਈ ਨਹੀਂ ਕਹਿ ਸਕਦਾ ਕਿ ਕਿਹੜੀ ਜਾਤੀ ਤੋਂ ਇਹ ਹੈਗੇ। ਅਤੇ ਇਸ ਲਈ ਸਾਨੂੰ ਇਸ ਤਰ੍ਹਾਂ ਦਾ ਸਮਾਜ ਚਾਹੀਦਾ ਹੈ ਕਿ ਜਿਸ ਦੇ ਵਿੱਚ ਉਹਦੇ ਕੱਪੜਿਆਂ ਤੋਂ, ਉਹਦੇ ਸਰੀਰਿਕ ਬਣਾਵਟ ਤੋਂ, ਉਹਦੇ ਰੂਪ ਰੰਗ ਤੋਂ ਇਹ ਪਤਾ ਨਾ ਚੱਲੇ ਕਿ ਕਿਸ ਜਾਤੀ ਦਾ ਹੈ। ਔਰ ਇਸ ਤਰ੍ਹਾਂ ਦਾ ਸਮਾਜ ਜਦੋਂ ਅਸੀਂ ਕਾਇਮ ਕਰ ਪਾਵਾਂਗੇ ਤਾਂ ਹੀ ਸਾਡਾ ਸਮਾਜ, ਸਾਡਾ ਲੋਕਤੰਤਰ ਵਧੀਆ ਤਰੀਕੇ ਨਾਲ ਕੰਮ ਕਰ ਪਾਏਗਾ। ਅਤੇ ਥੈਂਕ ਯੂ। ਉਮੀਦ ਹੈ ਕਿ ਵੀਡੀਓ ਵਧੀਆ ਲੱਗੇਗਾ ਔਰ ਤੁਸੀਂ ਕਮੈਂਟ ਜ਼ਰੂਰ ਕਰੋ ਕੋਈ ਕਿਵੇਂ ਮੈਂ ਕਿਸ ਤਰੀਕੇ ਨਾਲ ਆਪਣੇ ਵੀਡੀਓਜ਼ ਨੂੰ ਇੰਪਰੂਵ ਕਰ ਸਕਾਂ ਤਾਂ ਕਿ ਤੁਹਾਨੂੰ ਬਹੁਤ ਜ਼ਿਆਦਾ ਤੋਂ ਜ਼ਿਆਦਾ ਫਾਇਦਾ ਹੋਵੇ। ਔਰ ਦੂਸਰੇ ਨਾਲ ਸ਼ੇਅਰ ਕਰੋ, ਲਾਈਕ ਕਰੋ, ਸਬਸਕ੍ਰਾਈਬ ਕਰੋ ਚੈਨਲ ਨੂੰ, ਅਤੇ ਨਾਲ ਉਹੀ ਐਂਡ 'ਚ ਉਹੀ ਗੱਲ ਕਿ ਵੀ ਜੋ ਚੀਜ਼ਾਂ ਮੈਂ ਕਹੀਆਂ ਹੈ ਇਸ ਵੀਡੀਓ 'ਚ, ਉਸ ਨੂੰ ਕਾਪੀ ਪੈਨ ਲੈ ਕੇ ਲਿਖ ਕੇ ਦੇਖੋ
ਤੇ ਰਿਵਾਈਜ਼ ਕਰੋ, ਰਿਵਾਈਜ਼ ਕਰੋ। ਤੇ ਇਸ ਤਰ੍ਹਾਂ ਦੇ ਜੇ ਕੁਐਸਚਨ ਪੁੱਛੇ ਜਾਂਦੇ ਉਹਦੇ ਲਈ ਸਫੀਸ਼ੀਐਂਟ ਮੈਟਰ ਹੈ। ਔਰ ਲਿਖ ਕੇ ਦੇਖਣਾ ਕਿਉਂ ਜ਼ਰੂਰੀ ਹੈ ਕਿ ਜਿਸ ਚੀਜ਼ ਨੂੰ ਅਸੀਂ ਲਿਖ ਕੇ ਦੇਖਦੇ ਹਾਂ ਉਹ ਸਾਡੇ ਮਾਇੰਡ 'ਚ ਜ਼ਿਆਦਾ ਦੇਰ ਤੱਕ ਰਹਿੰਦਾ ਹੈ ਅਤੇ ਉਸ ਨੂੰ ਰੀਕਾਲ ਕਰਨਾ ਵੀ ਈਜ਼ੀ ਹੈ। ਥੈਂਕ ਯੂ, ਗੋਡ ਬਲੈਸ ਯੂ।